ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਇਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਨਵੰਬਰ ਦੀ 25 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ, ਟੋਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਤਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇ ਜਰੂਰਲੈਂਡ, ਪਰਮਜੀਤ ਕੌਰੰਗੀ ਵੈਕਾਬਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੇਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-270-0113 ਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਮੱਖਣ ਦੌਲਤਪੁਰੀ ਅਮੈਂਟੀਕਾ, ਬਿਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਇਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਪ੍ਰੈਜ਼ੀਡੈਂਟ ਟਰੰਪ ਹੋਣਾ ਦੇ ਅਗੇਂਸਟ ਜਿਹੜਾ ਇੱਕ ਇਲੈਕਸ਼ਨ ਵਾਲਾ ਜਿਹੜਾ ਕੇਸ ਸੀਗਾ, ਉਹ ਕੈਲੀਫੋਰਨੀਆ ਦੇ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਜਿਹੜਾ ਉਹਨਾਂ ਦਾ ਸਪੈਸ਼ਲ ਕਾਉਂਸਲ ਜੈਕ ਸਮਿਥ ਆ, ਉਸਨੇ ਇਲੈਕਸ਼ਨ ਇੰਟਰਫੀਰੈਂਸ ਕੇਸ ਜੱਜ ਨੂੰ ਕਿਹਾ ਵੀ ਇਸ ਨੂੰ ਡਿਸਮਿਸ ਕਰ ਦਿੱਤਾ ਜਾਵੇ, ਕਿਉਂਕਿ ਇਹ ਰੂਲ ਹੈਗਾ ਆ, ਲੌਂਗ ਸਟੈਂਡਿੰਗ ਰੂਲ ਆ ਵੀ ਜੇ ਸਿਟਿੰਗ ਪ੍ਰੈਜ਼ੀਡੈਂਟ ਹੋਵੇ ਉਹਦੇ ਤੇ ਕੇਸ ਨਹੀਂ ਕੀਤਾ ਜਾ ਸਕਦਾ ਹੈਗਾ। ਸੋ ਇਸ ਤੋਂ ਪਹਿਲਾਂ ਟਰੰਪ ਉਹਨਾਂ ਦਾ ਇੱਕ ਕਲਾਸੀਫਾਈਡ ਡਾਕੂਮੈਂਟ ਵਾਲਾ ਕੇਸ ਜਿਹੜਾ ਸੀ ਉਹ ਵੀ ਇਸੇ ਹੀ ਕੈਟਾਗਰੀ ਦੇ ਵਿੱਚ ਆ ਗਿਆ। ਸਮਿਥ ਨੇ ਜੱਜ ਨੂੰ ਇਹ ਕਿਹਾ ਵੀ ਟਰੰਪ ਉਹਨਾਂ ਦਾ ਨਾਂ ਜਿਹੜਾ ਰਿਮੂਵ ਕਰ ਦਿੱਤਾ ਜਾਵੇ, ਪਰ ਉਹਨਾਂ ਦੇ ਨਾਲ ਜਿਹੜੇ ਦੋ ਹੋਰ ਕੋ ਡਿਫੈਂਡੈਂਟਸ ਹੈਗੇ ਆ, ਵਾਲਟ ਨੋਟਾ ਤੇ ਕਾਰਲੋਸ ਡੇ ਓਲੀਵੇਰੀਆ, ਉਹਨਾਂ ਨੂੰ ਜਿਹੜਾ ਕੰਟੀਨਿਊਟ ਰੱਖਿਆ ਜਾਵੇ। US ਡਿਸਟ੍ਰਿਕਟ ਕੋਰਟ ਦੀ ਜੱਜ ਤਾਨੀਆ ਚੁਟਕਨ, ਉਹਨਾਂ ਨੇ ਇਸ ਇੰਟਰਫੀਅਰੈਂਸ ਜਿਹੜਾ ਇਲੈਕਸ਼ਨ ਦਾ ਹੈਗਾ, ਜੋ ਚਾਰਜਸ ਲਾਏ ਗਏ ਸੀ ਟਰੰਪ ਉਹਨਾਂ ਦੇ ਉੱਤੇ, ਉਸ ਨੂੰ ਡਿਸਮਿਸ ਕਰ ਦਿੱਤਾ ਹੈਗਾ। ਤੇ ਹਾਈਲੀ ਅਨਲਾਈਕਲੀ ਪੋਸੀਬਿਲਿਟੀ ਆਫ ਅ ਫਿਊਚਰ ਪ੍ਰੋਸੀਕਿਊਸ਼ਨ, ਵੀ ਆਉਣ ਵਾਲੇ ਸਮੇਂ 'ਚ ਵੀ ਉਹਨਾਂ ਦੀ ਕੋਈ ਇਹਦੇ ਉੱਤੇ ਕਿਸੇ ਤਰ੍ਹਾਂ ਦੀ ਪ੍ਰੋਸੀਕਿਊਸ਼ਨ ਨਹੀਂ ਹੋ ਸਕਦੀ ਹੈਗੀ। ਸੋ ਇਹ ਜਿਹੜਾ ਕੇਸ ਬੜਾ ਇੰਪੋਰਟੈਂਟ ਸੀਗਾ। ਸਮਿਥ ਉਹਨਾਂ ਦੀ ਜਿਹੜੀ ਇਹ ਰਿਕੁਐਸਟ 16 ਮਹੀਨੇ ਬਾਅਦ ਆਈ, ਜਦੋਂ ਗ੍ਰੈਂਡ ਜੂਰੀ ਨੇ ਟਰੰਪ ਉਹਨਾਂ ਨੂੰ ਇੰਡਾਈਟ ਕੀਤਾ ਸੀ 2020 ਦੀਆਂ ਇਲੈਕਸ਼ਨਸ ਨੂੰ ਓਵਰਟਰਨ ਕਰਨ ਦੇ ਸਬੰਧ ਦੇ ਵਿੱਚ। ਤੇ ਟਰੰਪ ਉਹਨਾਂ ਨੇ ਨਾਟ ਗਿਲਟੀ ਪਲੀਆ ਕੀਤਾ ਸੀ ਤੇ 40 ਦੇ ਕਰੀਬ ਕ੍ਰਿਮੀਨਲ ਕਾਊਂਟਸ ਉਹਨਾਂ ਦੇ ਉੱਤੇ ਜਿਹੜੇ ਆ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਲਾਏ ਗਏ ਸੀ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਹੈ ਰਿਆਲਟੋ ਤੋਂ ਆ ਰਹੀ ਹੈ। ਰਿਆਲਟੋ ਦੇ ਵਿੱਚ 2 ਬੱਚੇ ਜਿਹੜੇ ਨੇ ਤੇ ਇੱਕ ਔਰਤ ਦੀ ਜਿਹੜੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ। ਹਾਦਸਾ ਜਿਹੜਾ ਦਰਦਨਾਕ ਹਾਦਸਾ ਵਾਪਰਿਆ, ਇਹ ਇੱਕ ਬੰਦੇ ਦੀ ਗਲਤੀ ਕਰਕੇ ਵਾਪਰਿਆ। ਵਾਲਨਟ ਤੇ ਰਿਵਰ ਸਾਈਡ ਜਿਹੜੇ ਡਰਾਈਵਸ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਇਹ ਹਾਦਸਾ ਲੰਘੀ ਰਾਤ 11 ਵਜੇ ਵਾਪਰਿਆ। ਡੈਨੀਅਲ ਸਮਿਥ ਜਿਹੜੇ ਕਿ ਰਿਆਲਟੋ ਪੁਲਿਸ ਡਿਪਾਰਟਮੈਂਟ ਦੇ ਸਾਰਜੈਂਟ ਨੇ, ਉਹਨਾਂ ਨੇ ਦੱਸਿਆ ਕਿ 2 ਕੁੜੀਆਂ, ਜਿਨ੍ਹਾਂ ਦੀ ਇੱਕ ਦੀ ਏਜ 3 ਸਾਲ ਆ ਤੇ ਦੂਜੀ ਦੀ 4 ਸਾਲ ਹੈ, ਇਹ ਇੱਕ ਹੋਂਡਾ ਅਕੋਰਡ ਕਾਰ ਦੇ ਵਿੱਚ ਸਵਾਰ ਸਨ ਤੇ ਬਲੂ ਡੋਜ ਜਿਹੜਾ ਰੈਮ ਪਿਕਅਪ ਆ, ਉਹਨਾਂ ਨੇ ਇਹਨਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਸੀ ਬਹੁਤ ਜ਼ਬਰਦਸਤ ਤਰੀਕੇ ਦੇ ਨਾਲ। ਤੇ ਉਸ ਤੋਂ ਬਾਅਦ ਉਹ ਬੰਦਾ ਜਿਹੜਾ ਉਹ ਭੱਜ ਗਿਆ ਸੀ ਇਸ ਹਾਦਸੇ ਨੂੰ ਅੰਜਾਮ ਦੇਣ ਤੋਂ ਬਾਅਦ। ਦੱਸਿਆ ਜਾ ਰਿਹਾ ਕਿ ਇਸ ਹਾਦਸੇ ਦੇ ਪੀੜਤਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀਗਾ। ਲਿਸਾ ਅਵਿਲਸ ਜਿਹੜੀ ਆ ਉਹ ਇਹਨਾਂ ਦੀ ਸਟੈਪ ਮਦਰ ਆ ਤੇ ਉਹਨਾਂ ਨੇ ਜਿਹੜੀ ਇਹਨਾਂ ਬੱਚੀਆਂ ਨੂੰ ਬਾਅਦ ਦੇ ਵਿੱਚ ਦੱਸਿਆ ਗਿਆ ਸੀਗਾ ਕਿ ਆਇਡੈਂਟੀਫਾਈਡ ਕੀਤਾ ਸੀਗਾ ਕਿ ਹਾਂ ਇਹ ਮੇਰੀਆਂ ਬੱਚੀਆਂ ਨੇ ਤੇ ਹਾਦਸੇ ਦਾ ਸ਼ਿਕਾਰ ਹੋਈਆਂ ਨੇ। ਇਨਵੈਸਟੀਗੇਸ਼ਨ ਦੇ ਦੌਰਾਨ ਜਦੋਂ ਆਫੀਸਰ ਜਿਹੜੇ ਨੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ, ਉਹਨਾਂ ਨੇ ਦੱਸਿਆ ਕਿ ਪਿਕਅਪ ਡਰਾਈਵਰ ਜਿਹੜਾ ਇੱਥੋਂ ਭੱਜ ਗਿਆ ਸੀਗਾ, ਉਹਨੂੰ ਇੱਕ
ਹਾਦਸੇ ਤੋਂ ਅੰਜਾਮ ਦੇਣ ਤੋਂ 1 ਘੰਟੇ ਬਾਅਦ ਦੇਖਿਆ ਗਿਆ ਇੱਕ ਹੋਰ ਇਲਾਕੇ ਦੇ ਵਿੱਚ ਕਾਫੀ ਦੂਰ। ਦਾ ਡਰਾਈਵਰ ਜਿਹੜਾ ਉਹਨੂੰ ਪਛਾਣ ਲਿਆ ਗਿਆ 28 ਸਾਲਾ ਅਲੈਕਸਿਸ ਗਾਰਸੀਆ, ਜਿਹੜਾ ਕਿ ਬੁਲੇਟਨ ਦੇ ਇਲਾਕਿਆਂ ਦਾ ਰਹਿਣ ਵਾਲਾ ਹੈ। ਉਹਨੂੰ ਬਾਅਦ ਦੇ ਵਿੱਚ ਥੋੜੇ ਟਾਈਮ ਬਾਅਦ ਅਰੈਸਟ ਕਰ ਲਿਆ ਗਿਆ। ਉਹਦੇ ਤੇ 2 ਕਾਊਂਟਸ ਆਫ ਮਰਡਰ, 1 ਕਾਊਂਟਸ ਆਫ DUI ਤੇ 1 ਕਾਊਂਟ ਜਿਹੜਾ ਉਹ ਫੈਲਨੀ ਹਿੱਟ ਐਂਡ ਰਨ ਦਾ ਲੱਗਿਆ। ਉਹਨੂੰ ਹਲੇ ਤੱਕ ਜਿਹੜਾ ਜੇਲ੍ਹ ਰਿਕਾਰਡ ਦੇ ਵਿੱਚ ਉਹਨੂੰ ਅਪੀਅਰ ਨਹੀਂ ਕੀਤਾ ਗਿਆ ਸੀਗਾ ਹਲੇ ਤੱਕ, ਤੇ ਜੇਲ੍ਹ ਦੇ ਵਿੱਚ ਉਹਦਾ ਰਿਕਾਰਡ ਵੀ ਜਿਹੜਾ ਹਲੇ ਤੱਕ ਨਹੀਂ ਸੀ ਮਿਲਿਆ। ਡਰਾਈਵਰ ਜਿਹੜਾ ਉਹਦੇ ਬਾਰੇ ਉਹਨੇ ਕੋਈ ਨਸ਼ੀਲਾ ਪਦਾਰਥ ਖਾਧਾ ਹੋਇਆ ਸੀਗਾ ਜਾਂ ਉਹਨੇ ਕਿਉਂ ਇਸ ਹਾਦਸੇ ਨੂੰ ਅੰਜਾਮ ਦਿੱਤਾ, ਇਹ ਹਲੇ ਤੱਕ ਜਿਹੜਾ ਕਾਰਨਾਂ ਦੀ ਜਾਂਚ, ਹਾਦਸੇ ਕਾਰਨਾਂ ਦੀ ਜਾਂਚ ਆ ਉਹ ਕੀਤੀ ਜਾ ਰਹੀ ਹੈ। ਅਗਲੀ ਖਬਰ ਵੱਲ ਚਲੀਏ। USA ਦੇ ਵਿੱਚ ਇਲੈਕਸ਼ਨ ਹੋ ਗਈ ਆ, ਨਵੇਂ ਪ੍ਰੈਜ਼ੀਡੈਂਟ ਆ ਰਹੇ ਆ। ਬਹੁਤ ਜਗ੍ਹਾ ਦੇ ਉੱਤੇ ਵੱਖ-ਵੱਖ ਜਿਹੜੇ ਡਿਸਟ੍ਰਿਕਟ ਅਟਾਰਨੀ ਵੀ ਚੇਂਜ ਹੋਏ ਹੈਗੇ ਆ, ਉਹਨਾਂ ਦਾ ਜਿਹੜਾ ਅਸਰ ਆ ਉਹ ਦਿਸਣਾ ਸ਼ੁਰੂ ਹੋ ਗਿਆ ਹੈਗਾ। ਸੈਨੋਜ਼ੇ ਕੈਲੀਫੋਰਨੀਆ ਦੇ ਵਿੱਚ 12 ਲੋਕਾਂ ਨੂੰ ਅਰੈਸਟ ਕੀਤਾ ਗਿਆ ਆ, ਜਿਨ੍ਹਾਂ ਨੇ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਟਾਰਗੇਟ ਜਿਹੜਾ ਸਟੋਰ ਆ ਸੈਨੋਜ਼ੇ ਦੇ ਵਿੱਚ, ਉੱਥੇ 450 ਨਾਰਥ ਕੈਪੀਟਲ ਐਵਨਿਊ ਦੇ ਉੱਤੇ ਲੁੱਟਮਾਰ ਕੀਤੀ ਸੀਗੀ। ਸੋ ਇਹ 12 ਚੋਰ ਜਿਹੜੇ ਸੀਗੇ ਹਜ਼ਾਰਾਂ ਡਾਲਰਾਂ ਦਾ ਸਮਾਨ ਇਸ ਟਾਰਗੇਟ ਤੋਂ ਲੈ ਗਏ। ਤੇ ਹੁਣ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਆਫਿਸ ਵੱਲੋਂ ਇਹ ਖਬਰ ਆ ਰਹੀ ਆ ਕਿ $5300 ਵਰਥ ਆਫ ਜਿਹੜਾ ਮਰਚੈਂਡਾਈਜ਼ ਸੀਗਾ, ਸਮਾਨ ਚੋਰੀ ਕੀਤਾ ਗਿਆ ਸੀ, ਉਹ ਅਥਾਰਟੀ ਨੇ ਰਿਕਵਰ ਵੀ ਕਰ ਲਿਆ, ਜਿਨ੍ਹਾਂ ਦੇ ਵਿੱਚ ਓਵਰ ਦਾ ਕਾਊਂਟਰ ਮੈਡੀਸਨ ਸੀ, ਬਿਊਟੀ ਪ੍ਰੋਡਕਟ ਸੀਗੇ, ਵੈਕਿਊਮ ਸੀ, ਡਰੋਨ ਸੀ, ਹੋਰ ਬਹੁਤ ਸਾਰੀਆਂ ਫੂਡ ਦੀਆਂ ਆਈਟਮ ਸੀਗੀਆਂ। ਉਸ ਤੋਂ ਬਿਨਾਂ 12 ਜਾਣਿਆਂ ਨੂੰ ਅਰੈਸਟ ਵੀ ਕਰ ਲਿਆ ਗਿਆ। ਸੋ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਆਫਿਸ ਨੇ ਐਕਸ ਦੇ ਉੱਤੇ ਲਿਖਿਆ ਵੀ ਹੁਣ ਤੁਸੀਂ ਬੰਦੇ ਬਣ ਜਾਓ, ਨੋ ਮੈਟਰ ਵਟ। ਜੇ ਤੁਸੀਂ ਸੈਂਟਾ ਕਲਾਰਾ ਕਾਉਂਟੀ 'ਚ ਚੋਰੀ ਕਰਨ ਦੀ ਕੋਸ਼ਿਸ਼ ਕਰੋਗੇ, ਸਾਡੀ ਟੀਮ ਬਿਲਕੁਲ ਤਿਆਰ ਆ ਇਸ ਚੀਜ਼ ਨੂੰ ਰੋਕਣ ਦੇ ਲਈ। ਹਜੇ ਤੁਸੀਂ ਹਿਸਾਬ ਲਾ ਲਓ ਵੀ ਜਿਹੜਾ ਚਾਰਜ ਹੈ ਟਰੰਪ ਉਹਨਾਂ ਨੇ 20 ਜਨਵਰੀ ਨੂੰ ਲੈਣਾ ਆ, ਤੇ ਅਸਰ ਜਿਹੜਾ ਹੋਣਾ ਉਹ ਆਲਰੇਡੀ ਸ਼ੁਰੂ ਹੋ ਗਿਆ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਖਬਰ ਜਿਹੜੀ ਫੁਲਰਟੋਨ ਤੋਂ ਆ ਰਹੀ ਹੈ। ਐਮਰਜੈਂਸੀ ਕ੍ਰਿਊ ਨੇ ਫੁਲਰਟੋਨ ਦੇ ਵਿੱਚ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਉੱਥੇ ਜਿਹੜਾ ਇਸ ਘਟਨਾ ਦੇ ਵਿੱਚ ਜਿਹੜੇ ਆਪਾਂ ਕਹਿ ਲਈਏ ਰਾਹਤ ਤੇ ਕਾਰਜ ਕੀਤੇ ਨੇ। ਦੱਸਿਆ ਜਾ ਰਿਹਾ ਕਿ ਵੈਸਟ ਆਰਟਿਸਟੀਆ ਐਵੀਨਿਊ ਜਿਹੜਾ ਉੱਥੇ ਫੁਲਰਟੋਨ ਦੇ ਵਿੱਚ ਇਹ ਮਿਊਨਿਸਪਲ 에ਅਰਪੋਰਟ ਦੇ ਇਲਾਕਿਆਂ ਦੇ ਵਿੱਚ ਇਹ ਜਿਹੜਾ ਜਹਾਜ਼ ਹੈ, ਛੋਟਾ ਜਹਾਜ਼, ਇਹ ਹਾਦਸਾਗ੍ਰਸਤ ਹੋ ਗਿਆ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਹੈ ਜਿਹੜੀ, ਉਹਨੇ ਦੱਸਿਆ ਕਿ 2 ਜਾਣੇ ਔਨ ਬੋਰਡ ਸੀਗੇ ਜਦੋਂ ਇਹ ਸਿੰਗਲ ਇੰਜਨ ਜਹਾਜ਼ ਜਿਹੜਾ ਉਹਨੂੰ ਥੱਲੇ ਆਇਆ। ਤੇ ਦੱਸਿਆ ਜਾ ਰਿਹਾ ਕਿ 에ਅਰ ਟ੍ਰੈਫਿਕ ਕੰਟਰੋਲ ਜਿਹੜਾ ਉਹਨੇ ਰਿਕਾਰਡ ਕਰ ਰਿਹਾ ਸੀ ਡਾਟਾ, ਤੇ ਉਹਦੇ ਮੁਤਾਬਕ ਪਲੇਨ ਜਿਹੜਾ ਉਹਨੂੰ ਐਮਰਜੈਂਸੀ ਲੈਂਡਿੰਗ ਦੇ ਵੱਲ ਲਿਆਂਦਾ ਗਿਆ। ਤੇ ਜਦੋਂ ਐਮਰਜੈਂਸੀ ਲੈਂਡਿੰਗ ਕਰ ਰਿਹਾ ਸੀ ਤੇ ਰੋਡਵੇ ਦੇ ਨਜ਼ਦੀਕ ਉਹ ਇੱਕ ਦਰਖਤ ਦੇ ਨਾਲ ਟਕਰਾ ਗਿਆ ਸੀਗਾ। ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਇੱਕ ਵੀਡੀਓ ਵੀ ਇਸ ਹਾਦਸੇ ਦੀ ਵਾਇਰਲ ਹੋ ਰਹੀ ਹੈ। ਜਿਹੜੇ 2 ਜਾਣੇ ਅੰਦਰ ਸੀਗੇ ਉਹਨਾਂ ਨੂੰ ਜਿਹੜੀਆਂ ਇੰਜਰੀਜ਼ ਕਾਫੀ ਆਈਆਂ ਨੇ ਤੇ ਉਹਨਾਂ ਨੂੰ ਟਰਾਂਸਪੋਰਟ ਕੀਤਾ ਗਿਆ ਇੱਕ ਲੋਕਲ ਹਸਪੀਟਲ ਦੇ ਵਿੱਚ। ਫੁਲਰਟਾਊਨ ਫਾਇਰ ਡਿਪਾਰਟਮੈਂਟ ਤੇ ਫੁਲਰਟਾਊਨ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਏਜੰਸੀ ਜਿਹੜੀਆਂ ਨੇ ਉਹਨਾਂ ਨੇ ਰਾਹਤ ਕਾਰਜਾਂ ਦੇ ਵਿੱਚ ਇਸ ਹਾਦਸੇ ਤੋਂ ਬਾਅਦ ਜਿਹੜਾ ਉਹ ਅੰਜਾਮ ਦਿੱਤਾ ਸੀਗਾ ਤੇ ਉਹ ਲੱਗੀਆਂ ਹੋਈਆਂ ਨੇ। ਫਿਲਹਾਲ ਇਹਦੇ ਕਿਉਂ ਇਹ ਘਟਨਾ ਵਾਪਰੀ ਉਹਦੀ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਉਹਨਾਂ ਨੇ ਕਿਹਾ ਕਿ ਬੇਸ਼ੱਕ ਇਹ ਹਾਦਸਾਗ੍ਰਸਤ ਹੋ ਗਿਆ ਪਰ ਇੱਕ ਵੱਡੀ ਘਟਨਾ ਤੋਂ ਵੀ ਬਚਾ ਰਹਿ ਗਿਆ, ਕਿਉਂਕਿ ਜੇ ਰੋਡ ਸਾਈਡ ਹਾਦਸਾਗ੍ਰਸਤ ਹੁੰਦਾ ਤਾਂ ਹੋ ਸਕਦਾ ਸੀ ਕਿ ਨੁਕਸਾਨ ਇਸ ਤੋਂ ਵੀ ਜ਼ਿਆਦਾ ਹੋ ਸਕਦਾ ਸੀ। FAA ਜਿਹੜਾ ਉਹ ਦੱਸਿਆ ਜਾ ਰਿਹਾ ਕਿ ਪ੍ਰੀਲਿਮਿਨਰੀ ਜਿਹੜੇ ਰਿਜ਼ਲਟਸ ਨੇ ਇਸ ਹਾਦਸੇ ਦੇ ਉਹ ਛੇਤੀ ਉਹਨਾਂ ਨੇ ਸ਼ੇਅਰ ਕਰ ਦੇਣੇ ਨੇ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਕਹਿੰਦੇ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਜਿਹੜੀ ਕੈਲੀਫੋਰਨੀਆ ਦੀ ਸੈਨੇਟ ਆ ਉੱਥੇ ਇੱਕ ਜਿਹੜੀ ਆਪਣੀ ਸੀਟ ਆ ਉਹ ਲੂਜ਼ ਕਰ ਲਈ ਹੈਗੀ ਆ ਲੇਬਰ ਦੇ ਨਾਲ ਲੜਾਈ ਦੇ ਚੱਕਰ ਦੇ ਵਿੱਚ। ਜੋਸ਼ ਨਿਊਮਨਸ ਨੇ ਡਿਫੀਟ ਜੋ ਹੋਈ ਆ ਔਰੇਂਜ ਕਾਉਂਟੀ ਦੇ ਵਿੱਚ, ਖਾਸ ਕਰਕੇ ਪਾਵਰਫੁਲ ਲੇਬਰ ਯੂਨੀਅਨ ਨੇ ਇਸ ਦਾ ਜਿਹੜਾ ਆ ਵਿਰੋਧ ਕੀਤਾ ਸੀ। ਸੈਨੇਟਰ ਜੋਸ਼ ਨਿਊਮਨ ਨੇ ਆਪਣੀ ਜਿਹੜੀ ਆ ਹਾਰ ਮੰਨ ਲਈ ਹੈਗੀ ਆ GOP ਅਸੈਂਬਲੀ ਮੈਂਬਰ ਸਟੀਵਨ ਚੋਈ ਕੋਲੋਂ, ਜੋ ਰਿਪਬਲਿਕਨ ਹੈਗੇ ਆ। 6000 ਵੋਟਾਂ ਦਾ ਫਰਕ ਸੀਗਾ। ਹਜੇ ਵੀ ਕੁਝ ਸੀਟਸ ਜਿਹੜੀਆਂ ਡਿਸਾਈਡ ਹੋਣ ਵਾਲੀਆਂ ਹੈਗੀਆਂ। ਕਹਿੰਦੇ ਵੀ ਮੋਸਟ ਇੰਡੇਂਜਰਡ ਪਰਪਲ ਡਿਸਟ੍ਰਿਕਟ ਡੈਮੋਕ੍ਰੇਟਸ ਜਿਹੜੀ ਸੈਨੇਟ ਦੇ ਵਿੱਚ ਇਹਦੀ ਜਿਹੜੀ ਆਪੋਜੀਸ਼ਨ ਹੋਈ ਸੀਗੀ। AFSCME 3299 ਜਿਹੜੀ ਯੂਨੀਅਨ ਆ ਜੋ ਕਿ 39,000 ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ EMPLOYEES ਨੂੰ ਜੋ ਰਿਪਰੈਜ਼ੈਂਟ ਕਰਦੀ ਆ, ਉਹ ਇਸ ਦੇ ਪਿੱਛੇ ਗਏ ਕਿਉਂਕਿ ਇਹ ਜਿਹੜਾ ਬਿੱਲ ਸੀ ਇਹ ਸਪੋਰਟ ਨਹੀਂ ਕਰ ਰਿਹਾ ਸੀ, ਇਹਦਾ ਵਿਰੋਧ ਕੀਤਾ। ਇਸ ਕਰਕੇ ਜੋ ਇਹ ਸਟੇਟ ਸੈਨੇਟਰ ਆ ਉਹ ਹਾਰ ਗਿਆ।
ਸਟੇਟ ਦੇ ਡੈਮੋਕ੍ਰੇਟਸ ਨੇ $3.8 ਮਿਲੀਅਨ ਇਹਨੂੰ ਰੱਖਣ ਦੇ ਲਈ ਸਪੈਂਡ ਕੀਤਾ, ਪਰ ਫਿਰ ਵੀ ਜੋ ਇਹ ਆਪਣੀ ਸੀਟ ਆ ਉਹ ਹਾਰ ਗਿਆ। ਜਿਸ ਤਰ੍ਹਾਂ ਜਿਹੜੀ ਉਹ ਪ੍ਰੋਪੋਜੀਸ਼ਨ 36 ਦੇ ਨਾਲ ਵਾਪਰਿਆ ਹੈਗਾ, ਤੇ ਡੈਮੋਕ੍ਰੇਟ ਪੂਰਾ ਜ਼ੋਰ ਲਾ ਰਹੇ ਸੀ, ਖਾਸ ਕਰਕੇ ਕੈਲੀਫੋਰਨੀਆ ਦਾ ਗਵਰਨਰ, ਪਰ 70% ਲੋਕਾਂ ਨੇ ਜਿਹੜਾ ਉਹਦੇ ਹੱਕ ਦੇ ਵਿੱਚ ਵੋਟ ਪਾਈ ਆ ਵੀ ਕ੍ਰਿਮੀਨਲ ਜਿਹੜੇ ਆ ਉਹਨਾਂ ਨੂੰ ਅੰਦਰ ਕੀਤਾ ਜਾਣਾ ਚਾਹੀਦਾ ਹੈਗਾ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਇਸ ਵੇਲੇ ਦੀ ਵੱਡੀ ਖਬਰ LA ਤੋਂ ਆ ਰਹੀ ਹੈ। ਦੱਸਿਆ ਜਾ ਰਿਹਾ ਕਿ ਕਮਰਸ਼ੀਅਲ ਬਿਲਡਿੰਗ ਦੇ ਵਿੱਚ ਡਾਊਨਟਾਊਨ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚ ਜਿਹੜੀ ਅੱਗ ਲੱਗਣ ਦੇ ਕਰਕੇ ਉੱਥੇ ਜਿਹੜੀ ਤਰਥੱਲੀ ਮਚ ਗਈ ਸੀ। ਇਮੇਜ ਜਿਹੜੀਆਂ ਆਈਆਂ ਨੇ ਉੱਥੋਂ, ਉਹ ਦੱਸਿਆ ਜਾ ਰਿਹਾ ਕਿ ਇੱਕ ਵੱਡੀ ਬਿਲਡਿੰਗ ਜਿਹੜੀ ਕਿ 2 ਸਟੋਰੀ ਬਿਲਡਿੰਗ ਦੱਸੀ ਗਈ ਹੈ, ਕਾਰਨਰ ਤੇ ਸੀਗੀ, ਫਲੋਰ ਸਟਰੀਟ ਤੇ ਕੈਮਰੋਨ ਲੇਨ ਦੇ ਇਲਾਕਿਆਂ ਦੇ ਵਿੱਚ। LA ਫਾਇਰ ਡਿਪਾਰਟਮੈਂਟ ਨੇ ਦੱਸਿਆ ਕਿ ਜਿਹੜੀ ਡਿਫੈਂਸਿਵ ਆਪਰੇਸ਼ਨ ਆ ਉਹ ਕ੍ਰਿਊ ਵੱਲੋਂ ਕੀਤਾ ਜਾ ਰਿਹਾ। ਫਾਇਰ ਫਾਈਟਰ ਜਿਹੜੇ ਨੇ ਉਹ ਛੱਤਾਂ ਤੇ ਵੀ ਚੜੇ, ਪਰ ਉਹਨਾਂ ਨੇ ਅੱਗ ਤੇ ਕਾਬੂ ਪਾਉਣ ਦੇ ਦਰਮਿਆਨ ਉਹਨਾਂ ਨੂੰ ਬਹੁਤ ਸਾਰੀ ਜਿਹੜੀ ਮੁਸ਼ੱਕਤ ਆ ਉਹ ਕਰਨੀ ਪਈ। ਨਾਲ ਹੀ ਦੱਸਿਆ ਜਾ ਰਿਹਾ ਕਿ ਇਸ ਬਿਲਡਿੰਗ ਦਾ ਇੱਕ ਬਹੁਤ ਸਾਰਾ ਹਿੱਸਾ ਜਿਹੜਾ ਉਹ ਅੱਗ ਦੀ ਭੇਂਟ ਦੇ ਵਿੱਚ ਆ ਚੁੱਕਿਆ ਸੀਗਾ। ਬਿਲਡਿੰਗ ਜਿਹੜੀ ਆ ਉਹ ਦੱਸਿਆ ਜਾ ਰਿਹਾ ਕਿ ਪਿਛਲੇ ਦਿਨਾਂ ਦੇ ਵਿੱਚ ਉਹਨੂੰ ਖਾਲੀ ਕੀਤਾ ਗਿਆ ਸੀਗਾ। ਹਾਲੇ ਤੱਕ ਇਹਦੇ ਹੋਰ ਜਿਹੜੇ ਕਾਰਨ ਆ ਉਹ ਸਾਹਮਣੇ ਨਹੀਂ ਆਏ। ਟ੍ਰੈਫਿਕ ਜਿਹੜਾ ਉਹ ਦੱਸਿਆ ਗਿਆ ਸੀਗਾ ਕਿ ਇਹਨਾਂ ਇਲਾਕਿਆਂ ਦੇ ਵਿੱਚ ਹੁਣ ਉੱਧਰ ਜਾਣ ਨਹੀਂ ਦਿੱਤਾ ਜਾਂਦਾ। ਜੇਕਰ ਕੋਈ ਬੰਦਾ ਫਲੋਵਰ ਤੇ ਸਟਰੀਟ ਤੇ ਕੈਮਰੋਨ ਲੇਨ ਦੇ ਇਲਾਕਿਆਂ ਦੇ ਵਿੱਚ ਡਰਾਈਵ ਕਰ ਰਿਹਾ ਤਾਂ ਉਧਰੋਂ ਟ੍ਰੈਫਿਕ ਨੂੰ ਡਾਇਵਰਟ ਕੀਤਾ ਹੋਇਆ। ਉਧਰ ਬਹੁਤ ਵੱਡੀ ਗਿਣਤੀ ਦੇ ਵਿੱਚ ਕਾਰਾਂ ਨੂੰ ਮੋੜਿਆ ਵੀ ਗਿਆ। ਇਸ ਬਿਲਡਿੰਗ ਨੂੰ ਖਾਲੀ ਕੀਤਾ ਗਿਆ ਸੀ ਥੋੜੇ ਦਿਨ ਪਹਿਲਾਂ, ਤੇ ਇਸ ਕਰਕੇ ਇਸ ਦੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੇ ਬਾਰੇ ਕੋਈ ਹਾਲੇ ਤੱਕ ਕਿਹਾ ਨਹੀਂ ਜਾ ਸਕਦਾ। ਹਾਂ, ਉੱਥੇ ਕੁਝ ਜਿਹੜੀ ਹੋਮਲੈਸ ਲੋਕਾਂ ਦੇ ਕੁਝ ਜਿਹੜੇ ਘਰ ਉਹ ਜ਼ਰੂਰ ਬਣੇ ਹੋਏ ਸੀਗੇ, ਪਰ ਉਹਨਾਂ ਨੂੰ ਵੀ ਜਿਹੜਾ ਉੱਥੋਂ ਖਦੇੜ ਦਿੱਤਾ ਗਿਆ ਤੇ ਅੱਗ ਤੇ ਕਾਬੂ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਹੈ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਇਹ ਕਿਹਾ ਵੀ ਜੇ ਟਰੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਇਲੈਕਟ੍ਰਿਕ ਕਾਰਾਂ ਦਾ ਜੋ ਟੈਕਸ ਕ੍ਰੈਡਿਟ ਹੈਗਾ ਆ ਉਸ ਨੂੰ ਰਿਮੂਵ ਕਰ ਦਿੰਦਾ ਤੇ ਸਟੇਟ ਜੋ ਆ ਫਿਰ ਉਹ ਪੈਸੇ ਦਊਗੀ, ਕਿਉਂਕਿ ਆਪਾਂ ਨੂੰ ਪਤਾ ਹੈ ਵੀ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਟਰੰਪ ਉਹਨਾਂ ਦੀ ਵਾਰੀ ਬਣਦੀ ਨਹੀਂ, ਖਾਸ ਕਰਕੇ ਵੱਖ-ਵੱਖ ਜਿਹੜੇ ਇਸ਼ੂਜ਼ ਆ ਐਨਵਾਇਰਨਮੈਂਟਲ ਵਾਲੇ ਵੀ ਲੈ ਕੇ। ਤੇ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਕਿਹਾ ਵੀ ਜਿਹੜੀਆਂ ਰੀਵੇਟਸ ਆ ਉਹ ਇਸੇ ਤਰ੍ਹਾਂ ਮਿਲਦੀਆਂ ਰਹਿਣਗੀਆਂ। ਕਲੀਨ ਵਹੀਕਲ ਰੀਵੇਟ ਪ੍ਰੋਗਰਾਮ ਦੇ ਅੰਡਰ 5,90,000 ਵਹੀਕਲਸ ਨੂੰ ਜਿਹੜਾ ਆ ਫਾਈਨੈਂਸ਼ੀਅਲ ਇਨਸੈਂਟਿਵ ਮਿਲਣਾ ਆ ਜਦੋਂ ਇਹ ਲੇਟ 23 ਤੋਂ ਖਤਮ ਹੋ ਜਾਣਾ ਹੈਗਾ ਆ। ਸੋ ਕਹਿੰਦੇ ਵੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਨਾਲ ਫਾਈਟ ਤਾਂ ਕਰਾਂਗੇ ਵੀ ਫੈਡਰਲ ਟੈਕਸ ਕ੍ਰੈਡਿਟ ਨੂੰ ਐਲੀਮੀਨੇਟ ਕੀਤਾ ਜਾਊਗਾ, ਪਰ ਜੇ ਉਹ ਨਹੀਂ ਸਾਡੀ ਸਪੋਰਟ ਕਰਦੇ ਤੇ ਸਟੇਟ ਉਹਨਾਂ ਲੋਕਾਂ ਦੀ ਜਿਹੜੀ ਸਪੋਰਟ ਕਰੂਗੀ ਜਿਹੜੇ ਇਲੈਕਟ੍ਰਿਕ ਕਾਰਾਂ ਲੈਣੇ ਚਾਹੁੰਦੇ ਹੈਗੇ ਆ। ਹੁਣ ਇਹ ਦੇਖਣਾ ਪਊਗਾ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਦੇ ਸਭ ਤੋਂ ਵੱਡੇ ਸਪੋਰਟਰ ਤਾਂ ਟੈਸਲਾ ਦੇ ਮਾਲਕ ਇਲੋਨ ਮਸਕ ਆ, ਤੇ ਉਹਨਾਂ ਦਾ ਸਭ ਤੋਂ ਵੱਡਾ ਪਲਾਂਟ ਫਰੀਮੌਂਟ ਕੈਲੀਫੋਰਨੀਆ 'ਚ ਜਿੱਥੇ ਟੈਸਲਾ ਕਾਰਾਂ ਬਣਦੀਆਂ। ਸੋ ਜੇ ਉਹਨਾਂ ਦੀ ਵੀ ਜਿਹੜੀ ਰੀਵੇਟ ਬੰਦ ਕੀਤੀ ਜਾਂਦੀ ਆ, ਸੋ ਉਹਨਾਂ ਨੂੰ ਵੀ ਜਿਹੜਾ ਬਿਜ਼ਨਸ ਆ ਜਿਹੜਾ ਉਹਨਾਂ ਦਾ ਉਹਦੇ ਉੱਤੇ ਅਸਰ ਪਊਗਾ। ਸੋ ਇਹ ਵੀ ਦੱਸਦੇ ਜਾਈਏ ਵੀ ਕਈ ਵਾਰੀ ਕਹਿੰਦੇ ਆ ਵੀ ਆਪਾਂ ਸੋਚਦੇ ਹੋਵਾਂਗੇ ਵੀ ਦੇਖੋ ਜੀ ਜਿਹੜੀ ਫੈਡਰਲ ਸਰਕਾਰ ਆ ਉਹ ਸਟੇਟ ਦੀ ਸਪੋਰਟ ਨਹੀਂ ਕਰਦੀ ਜਿੱਦਾਂ ਇੰਡੀਆ 'ਚ ਵਾਪਰਦਾ, ਪਰ ਜਦੋਂ ਕੈਲੀਫੋਰਨੀਆ ਸਟੇਟ ਨੇ 100 ਤੋਂ ਵੱਧ ਵਾਰੀ ਪਹਿਲੇ ਜਿਹੜਾ ਟਰੰਪ ਉਹਨਾਂ ਦਾ 4 ਸਾਲ ਸੀ ਉਹਨਾਂ ਨੂੰ ਸੂ ਕੀਤਾ, ਜਿਹਦੇ ਵਿੱਚ ਗਨ ਕੰਟਰੋਲ ਨੂੰ ਲੈ ਕੇ, ਹੈਲਥ ਕੇਅਰ ਨੂੰ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਇਮੀਗ੍ਰੇਸ਼ਨ ਨੂੰ। ਇਹ ਲਾਸ ਐਂਜਲਸ ਟਾਈਮ ਰਿਪੋਰਟ ਕਰ ਰਿਹਾ। ਤੇ ਫਿਰ ਨੈਚੁਰਲੀ ਆਪਾਂ ਕਿੰਨੀ ਕੁ ਆਸ ਉਸ ਬੰਦੇ ਤੋਂ ਰੱਖ ਸਕਦੇ ਹਾਂ ਜਿਸ ਨੂੰ 100 ਤੋਂ ਵੱਧ ਵਾਰ ਜਿਹੜਾ ਆ ਸੂ ਕੀਤਾ ਗਿਆ ਹੋਵੇ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ US ਫਾਰਮ ਜਿਹੜੀ ਇੰਡਸਟਰੀ ਆ ਉਹਦੇ ਜਿਹੜੇ ਗਰੁੱਪ ਨੇ ਉਹਨਾਂ ਨੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਨੇ ਜਿਹੜੇ ਇਲੈਕਟ ਹੋਏ ਨੇ ਤੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਜਿਹੜੇ ਮਾਸ ਡਿਪੋਰਟੇਸ਼ਨਸ ਦੇ ਜਿਹੜੇ ਬਿਆਨ ਨੇ ਜਾਂ ਉਹਨਾਂ ਨੇ ਜਿਹੜਾ ਵਾਅਦਾ ਕੀਤਾ ਹੋਇਆ ਇਹਦੇ ਵਿੱਚ ਉਹ ਫੂਡ ਸੈਕਟਰ ਦੇ ਵਿੱਚ ਕੰਮ ਕਰਦੇ ਲੋਕਾਂ ਨੂੰ ਜਿਹੜੀ ਰਾਹਤ ਉਹ ਜ਼ਰੂਰ ਦੇਣ। ਉਹ ਕਹਿੰਦੇ ਕਿ ਇਹਦੇ ਨਾਲ ਜਿਹੜੇ ਫੂਡ ਸਪਲਾਈ ਚੇਨ ਆ ਉਹ ਬਹੁਤ ਵੱਡੀ ਪੱਧਰ ਤੇ ਪ੍ਰਭਾਵਿਤ ਹੋਊਗੀ। ਕਹਿੰਦੇ ਕਿ ਉਹ ਇਹਨਾਂ ਦੇ ਉੱਤੇ ਨਿਰਭਰ ਬਹੁਤ ਜ਼ਿਆਦਾ। ਹਜੇ ਤੱਕ ਦੱਸਿਆ ਜਾ ਰਿਹਾ ਕਿ ਜਿਹੜੇ ਟਰੰਪ ਅਫੀਸ਼ੀਅਲਸ ਆ ਉਹਨਾਂ ਨੇ ਕੋਈ ਕਮਿਟ ਨਹੀਂ ਕੀਤਾ, ਨਾ ਹੀ ਕੋਈ ਐਗਜ਼ੈਂਪਸ਼ਨਸ ਦੀ ਗੱਲ ਹੋਈ ਆ ਜਾਂ ਕੋਈ ਹੋਰ ਜਿਹੜੀਆਂ ਇੰਟਰਵਿਊਜ਼ ਦੇ ਕਿਹਾ ਜਾ ਰਿਹਾ ਕਿ ਫਾਰਮ ਵਰਕਰਸ ਦੀਆਂ ਹੋਣਗੀਆਂ ਜਾਂ ਗਰੁੱਪਸ ਦੀਆਂ ਹੋਣਗੀਆਂ। ਦੱਸਿਆ ਜਾ ਰਿਹਾ ਕਿ ਹਾਲੇ ਤੱਕ ਕੋਈ ਵੀ ਉਹਨਾਂ ਨੇ ਜਿਹੜੇ ਟੌਮ ਹੋਮੈਨ ਨੇ ਜਿਹੜੇ ਉਹਨਾਂ ਦੇ ਬਾਰੇ ਕੋਈ ਵੀ ਉਹਨਾਂ ਨੇ ਵਾਅਦਾ ਨਹੀਂ ਕੀਤਾ। ਇਹ ਦੁਨੀਆ ਦੇ ਵਿੱਚੋਂ ਵੱਖ-ਵੱਖ ਥਾਵਾਂ ਦੇ ਵਿੱਚੋਂ ਲੋਕ ਆ ਕੇ ਅਮਰੀਕਾ ਦੇ ਵਿੱਚ ਇਸ ਟਾਈਮ 2 ਮਿਲੀਅਨ ਲੋਕ ਨੇ ਜਿਹੜੇ ਫਾਰਮ ਵਰਕਰ ਦੇ ਤੌਰ ਤੇ ਕੰਮ ਕਰਦੇ ਨੇ ਅਮਰੀਕਾ ਦੇ ਵਿੱਚ, ਤੇ ਇਹਨਾਂ ਕੋਲੇ ਬਹੁਤ ਘਾਟ ਹੈ ਲੀਗਲ ਸਟੇਟਸ ਦੀ ਕਿਸੇ ਵੀ ਤਰ੍ਹਾਂ ਦੀ। ਦੱਸਿਆ ਜਾ ਰਿਹਾ ਕਿ ਡਿਪਾਰਟਮੈਂਟ ਆਫ ਲੇਬਰ ਐਂਡ ਐਗਰੀਕਲਚਰ ਜਿਹੜਾ
ਉਹਦੇ ਦੱਸਣ ਦੇ ਮੁਤਾਬਕ ਇਹਨਾਂ ਦੇ ਵਿੱਚੋਂ ਜ਼ਿਆਦਾਤਰ ਜਿਹੜੇ ਨੇ ਉਹ ਡੈਰੀਜ਼ ਦੇ ਵਿੱਚ ਕੰਮ ਕਰਦੇ ਨੇ ਜਾਂ ਮੀਟ ਪੈਕਿੰਗ ਵਰਕਰਸ ਨੇ। ਟਰੰਪ ਜਿਹੜੇ ਕਿ ਰਿਪਬਲਿਕਨ ਨੇ, ਉਹਨਾਂ ਨੇ ਡਿਪੋਰਟ ਕੀਤਾ ਸੀ ਮਿਲੀਅਨਸ ਆਫ ਇਮੀਗ੍ਰੈਂਟ ਨੂੰ ਯੂਐਸ ਦੇ ਵਿੱਚੋਂ ਇਲੀਗਲੀ ਜਿਹੜੇ ਰਹਿ ਰਹੇ ਨੇ ਕੰਪੇਨ ਦੇ ਦੌਰਾਨ, ਤੇ ਇਸੇ ਕਰਕੇ ਉਹਨਾਂ ਨੂੰ ਇਮੀਗ੍ਰੇਸ਼ਨ ਦੇ ਇਸ ਮੁੱਦੇ ਦੇ ਉੱਤੇ ਲੋਕਾਂ ਨੇ ਧੜਾ ਧੜ ਵੋਟਾਂ ਵੀ ਆਪਾਂ ਦੇਖਿਆ ਕਿ ਪਾਈਆਂ ਨੇ। ਵੱਡੀ ਪੱਧਰ ਦੇ ਉੱਤੇ ਇਹ ਵੀ ਕਿਹਾ ਜਾ ਰਿਹਾ, ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜਦੋਂ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਜਦੋਂ ਉਹ ਅਮਲ ਦੇ ਵਿੱਚ ਆ ਗਈ ਤਾਂ ਉਦੋਂ ਉਹਨਾਂ ਨੇ ਆਪਣੇ ਇਹਨਾਂ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ, ਇਹਨਾਂ ਨੂੰ ਅਮਲ ਦੇ ਵਿੱਚ ਲਿਆਉਣ ਵਾਸਤੇ ਬੜੀ ਵੱਡੀ ਪੱਧਰ ਤੇ ਜਿਹੜੀ ਤਿਆਰੀ ਆ ਉਹ ਕੀਤੀ ਹੋਈ ਆ। ਇਹਨਾਂ ਦੇ ਵਿੱਚੋਂ ਜਿਹੜੇ ਇਮੀਗ੍ਰੇਸ਼ਨ ਇਨਫੋਰਸਮੈਂਟ ਆ ਉਹ ਫੋਕਸ ਹੋਊਗੀ, ਹੋਮੈਨ ਜਿਹੜੇ ਨੇ ਉਹਨਾਂ ਨੇ ਇੱਕ ਗੱਲ ਦਾ ਦਾਅਵਾ ਜ਼ਰੂਰ ਕੀਤਾ ਕਿ ਇਮੀਗ੍ਰੇਸ਼ਨ ਇਨਫੋਰਸਮੈਂਟ ਫੋਕਸ ਹੋਊਗੀ ਕ੍ਰਿਮੀਨਲਸ ਦੇ ਉੱਤੇ, ਤੇ ਪੀਪਲ ਜਿਹੜੇ ਕਿ ਪਹਿਲਾਂ ਹੀ ਫਾਈਨਲ ਡਿਪੋਰਟੇਸ਼ਨ ਆਰਡਰ ਚੱਲ ਰਹੇ ਨੇ ਪਰ ਉਹ ਫਿਰ ਵੀ ਯੂਐਸ ਦੇ ਵਿੱਚ ਇਲੀਗਲੀ ਰਹਿ ਰਹੇ ਨੇ, ਉਹਨਾਂ ਨੂੰ ਇਹਨਾਂ ਦੇ ਵਿੱਚੋਂ ਰਾਹਤ ਨਹੀਂ ਮਿਲੂਗੀ ਤੇ ਪਹਿਲ ਦੇ ਆਧਾਰ ਤੇ ਜਿਹੜੇ ਉਹ ਇੱਥੋਂ ਅਮਰੀਕਾ ਦੇ ਵਿੱਚੋਂ ਡਿਪੋਰਟ ਕੀਤੇ ਜਾਣਗੇ। ਵੇਖੋ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ, ਪਰ ਹਾਂ ਇੰਨਾ ਜ਼ਰੂਰ ਹੈ ਕਿ ਜਿਹੜੇ ਲੋਕ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਹੈ, ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਜਾਂ ਕੋਈ ਸਥਾਈ ਰਿਹਾਇਸ਼ ਨਹੀਂ ਹੈ, ਕਿਸੇ ਵੀ ਤਰ੍ਹਾਂ ਦੀ ਸਿਟੀਜ਼ਨ ਨਹੀਂ ਹੈ, ਉਹਨਾਂ ਦੇ ਵਿੱਚ ਇਹਨਾਂ ਆਰਡਰਸ ਨੂੰ ਲੈ ਕੇ ਖਾਸ ਕਰਕੇ ਮਾਈਗ੍ਰੈਂਟਸ ਨੇ ਜਿਹੜੇ, ਉਹਨਾਂ ਦੇ ਵਿੱਚ ਪ੍ਰਵਾਸੀ ਨੇ ਜਿਹੜੇ, ਉਹਨਾਂ ਦੇ ਮਨਾਂ ਦੇ ਵਿੱਚ ਟਰੰਪ ਨੂੰ ਲੈ ਕੇ ਕਈ ਤਰ੍ਹਾਂ ਦੇ ਖਦਸ਼ੇ ਜਿਹੜੇ ਨੇ ਉਹ ਜ਼ਰੂਰ ਦੇਖੇ ਜਾ ਸਕਦੇ ਨੇ। ਅਗਲੀ ਖਬਰ ਵੀ ਇਹਦੇ ਨਾਲ ਰਿਲੇਟਡ ਹੈ। ਕੈਲੀਫੋਰਨੀਆ ਦੇ ਬਹੁਤ ਸਾਰੇ ਜਿਹੜੇ ਕਿਸਾਨ ਫਾਰਮਰਸ ਹੈਗੇ ਆ ਜੀ, ਉਹ ਟਰੰਪ ਉਹਨਾਂ ਦੇ ਵੱਡੇ ਬੈਕਰ ਸੀ, ਪਰ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਮੀਗ੍ਰੇਸ਼ਨ ਡਿਪੋਰਟੇਸ਼ਨ ਦੇ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਜਿਹੜੀ ਆ ਟਰੰਪ ਉਹਨਾਂ ਦੇ ਨਾਲ ਝਗੜ ਸਕਦੇ ਹੈਗੇ ਆ। ਕਹਿੰਦੇ ਪਈ 1,62,000 ਦੇ ਕਰੀਬ ਫਾਰਮ ਵਰਕਰਸ ਅਨਡਾਕੂਮੈਂਟਡ ਆ ਕੈਲੀਫੋਰਨੀਆ ਦੇ ਵਿੱਚ। ਇਹ ਡਿਪਾਰਟਮੈਂਟ ਆਫ ਲੇਬਰ ਤੇ ਰਿਸਰਚ ਕੰਡਕਟ ਕੀਤੀ ਗਈ ਸੀ ਯੂਸੀ ਮਰਸਡ ਵੱਲੋਂ। ਕਹਿੰਦੇ ਪਈ ਅਮਰੀਕਾ ਦੇ ਵਿੱਚੋਂ ਅੱਧੇ ਤੋਂ ਵੱਧ ਜਿਹੜਾ ਫੂਡ ਆ ਉਹ ਕੈਲੀਫੋਰਨੀਆ ਦੇ ਵਿੱਚ ਪ੍ਰੋਡਿਊਸ ਹੁੰਦਾ ਆ। ਇੱਥੋਂ ਜਿਹੜਾ ਸਾਰੇ ਅਮਰੀਕਾ ਨੂੰ ਜਾਂਦਾ ਹੈਗਾ, ਆਪਾਂ ਨੂੰ ਪਤਾ ਹੀ ਆ। ਸੋ ਇੱਕ ਟੈਂਪਰੇਰੀ ਗੈਸਟ ਵਰਕਰ ਪ੍ਰੋਗਰਾਮ ਹੈਗਾ H2A, ਉਸ ਦੇ ਤਹਿਤ ਕੁਝ ਮਹੀਨਿਆਂ ਦੇ ਲਈ ਲੋਕ ਸੈਂਟਰਲ ਅਮਰੀਕਾ ਤੋਂ ਆਉਂਦੇ ਹੈਗੇ, ਮੈਕਸੀਕੋ ਤੋਂ ਫਿਰ ਵਾਪਸ ਚਲੇ ਜਾਂਦੇ ਹੈਗੇ ਆ। ਤੇ ਉਹਨਾਂ ਦੀ ਜਿਹੜਾ ਮਿਨੀਮਮ ਵੇਜ ਆ ਉਹ $19 ਦੇ ਕਰੀਬ ਰੱਖਿਆ ਗਿਆ ਆ। ਫਾਰਮਰ ਇਸ ਗੱਲੋਂ ਵੀ ਔਖੇ ਆ ਵੀ ਇੰਨੇ ਪੈਸੇ ਦੇ ਕੇ ਅਸੀਂ ਕਿੱਦਾਂ ਜਿਹੜਾ ਆ ਆਪਣੇ ਬਿਜ਼ਨਸ ਦੇ ਵਿੱਚ ਪ੍ਰੋਫਿਟੇਬਲ ਰਹਿ ਸਕਦੇ ਹੈਗੇ ਆ। ਸੋ ਇਹ ਜਿਹੜਾ ਕਾਫੀ ਵੱਡਾ ਇਸ਼ੂ ਬਣ ਜਾ ਰਿਹਾ ਆ ਜੇ ਮਾਸ ਡਿਪੋਰਟੇਸ਼ਨ ਜਿਹੜੀ ਆ ਹੁੰਦੀ ਹੈਗੀ ਆ। ਕੈਲੀਫੋਰਨੀਆ ਦੇ ਵਿੱਚ ਲਟੀਨੋ ਇਮੀਗ੍ਰੈਂਟਸ ਨੇ ਬਹੁਤ ਵੱਡੀ ਗਿਣਤੀ 'ਚ ਟਰੰਪ ਉਹਨਾਂ ਦੀ ਸਪੋਰਟ ਕੀਤੀ ਸੀ। ਸੋ ਹੁਣ ਜਦੋਂ ਡਿਪੋਰਟੇਸ਼ਨ ਦਾ ਮਸਲਾ ਆਣਾ ਆ, ਉੱਥੇ ਜਿਹੜਾ ਉਹਨਾਂ ਦਾ ਕੀ ਸਟੈਂਡ ਹੁੰਦਾ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ। ਪਰ ਕੈਲੀਫੋਰਨੀਆ ਦੀ ਸੈਂਟਰਲ ਵੈਲੀ ਦੇ ਵਿੱਚ ਕਹਿੰਦੇ ਪਈ ਕਾਫੀ ਜਿਹੜਾ ਡੈਮੋਗ੍ਰਾਫਿਕ ਚੇਂਜ ਹੋਇਆ। ਹਾਲਾਂਕਿ ਪਹਿਲਾਂ ਵੀ ਉਹ ਥੋੜਾ ਰੈਡ ਰਹਿੰਦਾ ਆ, ਪਰ ਇਸ ਵਾਰੀ ਕਾਫੀ ਜੋ ਵੋਟਸ ਆ ਈਵਨ ਬੇ ਏਰੀਏ ਵਿੱਚ ਵੀ ਰਿਪਬਲਿਕਨਸ ਨੂੰ ਜ਼ਿਆਦਾ ਮਿਲ ਗਈਆਂ ਹੈਗੀਆਂ। ਫ੍ਰਿਜ਼ਨੋ ਏਰੀਆ ਦੇ ਵਿੱਚ 5,64,000 ਦੇ ਕਰੀਬ ਲੋਕ ਰਹਿੰਦੇ ਆ। ਵਨ ਆਫ ਦਾ ਲਾਰਜੈਸਟ ਸਿਟੀ ਆ ਕੈਲੀਫੋਰਨੀਆ ਦੇ ਵਿੱਚ। ਕਹਿੰਦੇ ਲਾਸ ਐਂਜਲਸ ਵਰਗੀ ਤਾਂ ਨਹੀਂ, ਨਾ ਹੀ ਸੈਨ ਫਰਾਂਸਿਸਕੋ ਵਰਗੀ ਆ, ਨਾ ਹੀ ਸੈਂਡੀਗੋ ਵਰਗੀ ਹੈਗੀ ਆ, ਪਰ ਇੱਥੇ ਕਾਫੀ ਵੱਡੀ ਗਿਣਤੀ 'ਚ ਸਪੈਨਿਸ਼ ਮੂਲ ਦੇ ਲੋਕ 50% ਦੇ ਕਰੀਬ ਰਹਿੰਦੇ ਆ। ਤੇ ਜਿਹੜੇ ਇਲੀਗਲ ਡਾਕੂਮੈਂਟਸ, ਇਲੀਗਲ ਲੋਕ ਹੈਗੇ ਆ ਉਹ ਵੀ ਇੱਥੇ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਹੈਗੇ ਆ। ਸੋ ਸਟੇਟ ਫ੍ਰਿਜ਼ਨੋ ਸਿਟੀ ਨੇ ਕਿਹਾ ਸੀ ਵੀ ਅਸੀਂ ਜੋ ਸਟੇਟ ਜਾਂ ਫੈਡਰਲ ਗਵਰਨਮੈਂਟ ਦੇ ਜਿਹੜੇ EMPLOYEES ਆਉਗੇ ਤਾਂ ਅਸੀਂ ਉਹਨਾਂ ਦੀ ਕਿਸੇ ਤਰ੍ਹਾਂ ਦੇ ਨਾਲ ਸਪੋਰਟ ਨਹੀਂ ਕਰਾਂਗੇ। ਪਰ ਜਿਹੜੇ ਲੋਕ ਆ ਉਹ ਘਬਰਾਏ ਹੋਏ ਹੈਗੇ ਆ ਵੀ ਸਾਡਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣੂਗਾ, ਕਿਉਂਕਿ ਬਹੁਤ ਸਾਰੇ ਲੋਕਾਂ ਦੇ ਜਿਹੜੇ ਰਿਸ਼ਤੇਦਾਰ ਆ ਉਹ ਹਜੇ ਵੀ ਅਨਡਾਕੂਮੈਂਟਡ ਆ। ਜੀ ਜੀ ਬਿਲਕੁਲ। ਤੇ ਆਪਣਾ ਖਬਰਾਂ ਦਾ ਜਿਹੜਾ ਸਮਾਂ ਹਰਜੋਤ ਸਿੰਘ ਜੀ ਉਹ ਸਮਾਪਤੀ ਵਾਲਾ, ਜਾਂਦੇ ਜਾਂਦੇ ਸਟਾਕ ਦੀ ਤੇ ਕਰੰਸੀ ਬਾਰੇ ਜਿਹੜੀ ਜਾਣਕਾਰੀ ਆ ਉਹ ਜ਼ਰੂਰ ਸਾਂਝੀ ਕਰਤੀ ਚਲੀਏ ਜੀ। ਸਟਾਕ ਦੀ ਵੀ ਆਪਾਂ ਗੱਲਬਾਤ ਜੇ ਸਾਂਝੀ ਕਰਦੇ ਜਾਈਏ, ਅੱਜ ਡਾਲਰ ਡਾਊਨ ਗਿਆ ਹੈਗਾ ਆ ਤੇ ਟਰੰਪ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਪ੍ਰੋਮਿਸ ਕਰ ਦਿੱਤਾ ਵੀ 25% ਜਿਹੜਾ ਟੈਰਿਫ ਆ ਉਹ ਮੈਕਸੀਕੋ ਦੀਆਂ ਚੀਜ਼ਾਂ ਤੇ ਕੈਨੇਡਾ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਲੱਗੂਗਾ। S&P ਇੰਡੈਕਸ 18.3 ਅੱਪ ਗਿਆ, ਕਲੋਜ਼ ਹੋਇਆ 5987.37 ਦੇ ਉੱਤੇ। ਡਾਓ ਜੋਨ ਇੰਡਸਟਰੀਅਲ ਜੋ ਆ ਉਹ 440 ਪੁਆਇੰਟ ਅੱਪ ਗਿਆ ਤੇ ਕਲੋਜ਼ ਹੋਇਆ 44,736.57 ਦੇ ਉੱਤੇ। ਨੈਸਡੈਕ ਅੱਪ ਗਿਆ 51.19 ਤੇ ਕਲੋਜ਼ ਹੋਇਆ 19,054.84 ਦੇ ਉੱਤੇ।
ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਕਰੰਸੀ ਦੇ ਵਿੱਚ ਅੱਜ ਇੱਕ ਯੂਐਸ ਡਾਲਰ ਦੀ ਜਿਹੜੀ ਕੀਮਤ ਆ ਉਹ ਕੈਨੇਡਾ ਦੇ $1.41 ਦੇ ਬਰਾਬਰ, ਪਾਕਿਸਤਾਨ ਦੇ $277.95 ਦੇ ਬਰਾਬਰ ਤੇ ਇੰਡੀਆ ਦੇ $84.34 ਦੇ ਬਰਾਬਰ ਇੱਕ ਯੂਐਸ ਡਾਲਰ ਦੀ ਜਿਹੜੀ ਕੀਮਤ ਆ ਉਹ ਰਹੀ ਆ। ਇਸ ਟਾਈਮ ਦੀ ਇੱਕ ਵੱਡੀ ਜਿਹੜੀ ਬ੍ਰੇਕਿੰਗ ਖਬਰ ਆ ਉਹ ਮਿਸਰ ਤੋਂ ਆ ਰਹੀ ਆ। ਉੱਥੋਂ ਦੀਆਂ ਅਥਾਰਟੀਜ਼ ਨੇ ਕਿਹਾ ਕਿ ਰੈੱਡ ਸੀ ਦੇ ਵਿੱਚ ਇੱਕ ਕਿਸ਼ਤੀ ਡੁੱਬਣ ਕਰਕੇ 16 ਜਣੇ ਜਿਹੜੇ ਨੇ ਉਹ ਲਾਪਤਾ ਦੱਸੇ ਜਾ ਰਹੇ ਨੇ। ਇਹ ਜਿਹੜੀ ਖਬਰ ਆ ਹੁਣੇ ਜਿਹੜੀਆਂ ਖਬਰ ਏਜੰਸੀਜ਼ ਨੇ ਉਹਨਾਂ ਨੇ ਦੱਸਿਆ ਤੇ ਟੂਰਿਸਟ ਜਿਹੜੀ ਇਹ ਕਿਸ਼ਤੀ ਆ ਉਹਦੇ ਬਾਰੇ ਦੱਸਿਆ ਜਾ ਰਿਹਾ ਕਿ ਰੈੱਡ ਸੀ ਦੇ ਵਿੱਚ ਡੁੱਬਣ ਕਰਕੇ 16 ਜਣੇ ਲਾਪਤਾ ਨੇ। ਅਮਰ ਹੈਨਫਾਈ ਜਿਹੜੇ ਕਿ ਗਵਰਨਰ ਨੇ ਰੈੱਡ ਸੀ ਦੇ ਇਹਨਾਂ ਇਲਾਕਿਆਂ ਦੇ ਵਿੱਚ, ਉਹਨਾਂ ਨੇ ਕਿਹਾ ਕਿ 28 ਜਣਿਆਂ ਨੂੰ ਬਚਾ ਲਿਆ ਗਿਆ ਵੈਸਲ ਦੇ ਵਿੱਚੋਂ ਤੇ ਸਾਊਥ ਆਫ ਕੋਸਟਲ ਟਾਊਨ ਜਿਹੜਾ ਮਾਰਸ਼ਾ ਆਲਮ ਹੈ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜਾ ਇਹ ਹਾਦਸਾ ਉਹ ਵਾਪਰਿਆ। ਜੀ ਬਿਲਕੁਲ, ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ $83.94 ਰਹੇ ਆ, ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ $277.80, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1.38। ਜੀ, ਇਸ ਦੇ ਨਾਲ ਹੀ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ।